ਤੁਹਾਡੇ ਹਿਸਾਬ ਨਾਲ ਮੈਥ ਔਖੀ ਚੀਜ਼ ਹੈ ਕਿ ਸੌਖੀ ਚੀਜ਼ ਹੈ? ਮੇਰੇ ਅਕੋਰਡਿੰਗ ਤਾਂ ਮੈਥ ਸਭ ਤੋਂ ਸੌਖੀ ਚੀਜ਼ ਹੈ। ਜਿਹੜਾ ਤੁਹਾਨੂੰ ਸਟੇਟ ਅਵਾਰਡ ਮਿਲਿਆ ਉਹ ਕਿਸ ਕਰਕੇ ਮਿਲਿਆ? ਬੱਚਿਆਂ ਨੂੰ ਮੈਥ ਪੜ੍ਹਾਉਣ 'ਚ ਮਿਲਿਆ ਕਿ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਮੈਥਸ ਪੜ੍ਹਾਉਣ 'ਚ ਮਿਲਿਆ? ਬੱਚਿਆਂ ਨੂੰ ਸੌਖੇ ਤਰੀਕੇ ਨਾਲ ਮੈਥ ਪੜ੍ਹਾਉਣ ਵਾਸਤੇ ਮਿਲਿਆ। ਉਸ ਵਰਟੈਕਸ ਤੋਂ 3 ਲਾਈਨਾਂ ਨਿਕਲ ਰਹੀਆਂ। ਇੱਕ ਲੈਂਥ ਹੈ, ਇੱਕ ਬ੍ਰੈਡਥ ਹੈ ਤੇ ਇੱਕ ਹਾਈਟ ਹੈ। ਲੈਂਥ ਹੋਗੀ 5, ਬ੍ਰੈਡਥ ਹੋਗੀ 4 ਤੇ ਹਾਈਟ ਹੋਗੀ 3। ਬੱਚੇ ਨੂੰ ਕਨਸੈਪਟ ਸਮਝ ਆ ਗਿਆ ਕਿ ਇੱਥੇ ਲੈਂਥ, ਬ੍ਰੈਡਥ ਤੇ ਹਾਈਟ ਇੱਕ ਪੁਆਇੰਟ ਤੋਂ 3 ਰੇਖਾਵਾਂ ਨਿਕਲ ਰਹੀਆਂ ਤੇ ਉਹ 3 ਡਾਇਮੈਂਸ਼ਨ ਵਾਲਾ ਹੈ ਤੇ ਦਿਸ ਇਜ਼ ਅ ਕਿਊਬੋਇਡ। ਪਹਿਲੇ 6 ਫੇਸਿਸ ਇਦਾਂ ਕੱਟੇ ਮੈਂ, ਇਹਨਾਂ ਨੂੰ ਅਲੱਗ-ਅਲੱਗ ਕੀਤਾ ਤੇ ਬੱਚੇ ਨੂੰ ਮੈਂ ਥ੍ਰੈਡ ਪੁੱਲ ਕਰਕੇ ਦਿਖਾ ਸਕਦੀ ਹਾਂ ਕਿ ਇਹ ਕਿਊਬ ਬਣ ਜਾਂਦਾ ਹੈ। ਉਹ ਇੰਨਾ ਵਧੀਆ ਹੋ ਗਿਆ ਮੈਥਸ, ਉਹਨੂੰ ਲੱਗਦਾ ਸੀ ਕਿ ਮੇਰਾ ਹਰ ਪੀਰੀਅਡ ਹੀ ਮੈਥਸ ਦਾ ਲੱਗੇ। ਉਹਨੂੰ ਲੱਗਦਾ ਸੀ ਕਿ ਰੁਮਾਨੀ ਮੈਮ ਆ ਜਾਣ ਤੇ ਮੇਰਾ ਬਸ ਮੈਥਸ ਦਾ ਪੀਰੀਅਡ ਲੱਗੇ। ਉਹ ਕਹਿੰਦਾ ਕਿ ਜਦੋਂ ਤੇ ਮੈਮ ਤੁਸੀਂ ਮੈਥਸ ਪੜ੍ਹਾਉਣਾ ਸ਼ੁਰੂ ਕੀਤਾ ਨਾ, ਸਾਨੂੰ ਮੈਥਸ ਨਾਲ ਪਿਆਰ ਹੋ ਗਿਆ। ਉਹੀ ਮੈਂ ਕਹਿ ਰਹੀ ਨਾ, ਹੁਣ ਜਿੱਦਾਂ ਮੇਰਾ ਛੋਟਾ ਬੇਟਾ ਹੀ ਇਜ਼ ਇਨ ਜਸਟ ਫਰਸਟ ਸਟੈਂਡਰਡ ਤੇ ਉਹਨੂੰ ਮੈਂ ਕੱਲ ਰਾਤੀ ਇਹ ਮਾਡਲ ਬਣਾਉਂਦੇ ਸਿਖਾਇਆ ਤੇ ਉਹ ਕਹਿੰਦਾ ਕਿ ਮੰਮਾ ਕਿ ਲੈਂਥ, ਬ੍ਰੈਡਥ, ਹਾਈਟ ਜਿਹੜੀ ਹੁੰਦੀ ਹੈ 3D ਸ਼ੇਪਸ ਹੁੰਦੀ ਹੈ ਉਹ 6th ਕਲਾਸ 'ਚ ਕਿਉਂ ਆਉਂਦੀ ਹੈ? ਜਦੋਂ ਬੱਚਾ ਪ੍ਰੈਕਟੀਕਲੀ ਉਹਨੇ ਪਹਿਲੇ ਵਿਜ਼ੂਅਲਾਈਜ਼ ਕਰ ਲਿਆ ਤੇ ਫਾਰਮੂਲਾ ਉਹਨੇ ਆਪੇ ਡਰਾਈਵ ਕੀਤਾ ਤਾਂ ਉਹ ਫਾਰਮੂਲਾ ਕਦੇ ਵੀ ਨਹੀਂ ਭੁੱਲੇਗਾ। ਬੱਚੇ ਲੈਂਥ, ਬ੍ਰੈਡਥ, ਸਾਈਡ ਦੇ ਜੇ ਉਹਨਾਂ ਨੂੰ ਸਿੱਧਾ ਤੁਸੀਂ ਡਾਇਰੈਕਟ ਫਾਰਮੂਲਾ ਦੱਸੋਗੇ ਉਹ ਯਾਦ ਨਹੀਂ ਰਹਿੰਦੇ। ਇਹ ਵੀ ਮੂਵ ਹੋ ਜਾਂਦੀ ਹੈ। ਬੱਚਿਆਂ ਨੂੰ ਨਾਰਮਲੀ ਇਹ ਨਹੀਂ ਸਮਝ ਆਉਂਦੇ ਕਿ ਐਂਗਲਸ ਦੀ ਕਿਸਮਾਂ ਕੀ ਹੁੰਦੀ ਹੈ। ਠੀਕ ਹੈ ਜੀ, ਹੁਣ ਇਹ ਵਾਲਾ ਐਂਗਲ ਹੈ, ਦੇਖੋ ਜੀ, ਇਹ ਵਾਲੇ ਐਂਗਲਸ 20, 30, 40 एक नॉर्मल एक प्रोटेक्टर डी बनाया एंड दिस इज मूविंग ते ए वाले सारे एंगल्स जेड़े 90 डिग्री तो घट होंदे इन्हां नूं आपां एक्यूट एंगल कहंदे ते सारा एक्यूट एंगल है। अक्सर बचपन दे विच जदों आपां पढ़ाई करदे हुन्ने आ तां मैथ का हरेक नूं डर हुंदा है कि मैथ बड़ी औखी चीज़ हुंदी है, मैथ असीं कर नहीं पावांगे। पर अक्सर अध्यापक कहंदे हुंदे है कि बचपन तो ही छोटे बच्चे दे विच ही जिहड़ी है मैथ दी नींह वधिया रखी होवे तां उस नूं जिंदगी भर मैथ दे विच कदी कोई दिक्कत नहीं आंदी। बेस जिस नूं आपां कहने आ, जे आपां कहिए कि जिस दा बेस मैथ्स दे विच वधिया तां उस नूं मैथ दे विच कोई दिक्कत नहीं आंदी। पर फिर भी कई बच्चे अजिहे हुंदे ने जिन्हां नूं मैथ्स दे विच बहुत दिक्कत आंदी है ते मैथ्स दा नाम सुण के ही ओह डर जांदे ने। पर अज असीं एक ऐसे अध्यापक दे नाल तुहानूं मिलाण जा रहे हैं जिस ते सारे बच्चों का डर जिहड़ा मैथ दा हैगा ਉਹ ਕੱਢ ਦਿੱਤਾ। मैथ का ਜਿਹੜਾ ਭੂਤ ਹਰੇਕ ਦੇ ਮਨ ਦੇ ਵਿੱਚ ਹੁੰਦਾ ਉਹ ਕੱਢ ਦਿੱਤਾ। ਉਹ ਕਿਸ ਤਰ੍ਹਾਂ ਕੱਢਿਆ? ਬੜੇ ਹੀ ਸੌਖੇ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਜੇ ਕਿਸੇ ਚੀਜ਼ ਨੂੰ ਪ੍ਰੈਕਟੀਕਲੀ ਕੀਤਾ ਜਾਵੇ, ਵਿਜ਼ੂਅਲਾਈਜੇਸ਼ਨ ਦੇ ਨਾਲ ਕੀਤਾ ਜਾਵੇ ਤਾਂ ਉਹ ਚੀਜ਼ ਬਹੁਤ ਛੇਤੀ ਸਮਝ ਆ ਜਾਂਦੀ ਹੈ। ਅਕਸਰ ਜਿਸ ਤਰ੍ਹਾਂ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਗਾਣੇ ਬਹੁਤ ਛੇਤੀ ਯਾਦ ਹੋ ਜਾਂਦੇ ਨੇ। ਗਾਣੇ ਕਿਉਂਕਿ ਉਹਨਾਂ ਦੇ ਕੰਨਾਂ ਦੇ ਵਿੱਚ ਵੱਜਦੇ ਨੇ ਤਾਂ ਉਹ ਸਾਰੀ ਲਾਈਨ ਉਹਨਾਂ ਨੂੰ ਯਾਦ ਹੋ ਜਾਂਦੀ ਹੈ। ਪਰ ਪੜ੍ਹਾਈ ਦੀਆਂ ਚੀਜ਼ਾਂ ਛੇਤੀ ਯਾਦ ਨਹੀਂ ਹੁੰਦੀਆਂ ਕਿਉਂਕਿ ਉਹ ਗਾਣਿਆਂ ਦੇ ਵਿੱਚ ਨਹੀਂ ਹੁੰਦੀ, ਮਿਊਜ਼ਿਕ 'ਚ ਨਹੀਂ ਹੁੰਦੀ। ਤਾਂ ਇਸੇ ਤਰ੍ਹਾਂ ਟੀਚਰ ਦਾ ਕੰਸੈਪਟ ਹੈ ਇਹ, ਕੋਈ मैथ नूं गाणिਆਂ ਦੇ ਤੌਰ ਤੇ ਬਣਾ ਕੇ ਨਹੀਂ ਸਗੋਂ ਪ੍ਰੈਕਟੀਕਲ ਚੀਜ਼ਾਂ ਕੁਝ ਬਣਾ ਕੇ ਬੱਚਿਆਂ ਨੂੰ ਸਮਝਾਉਂਦੇ ਨੇ, ਜਿਸ ਕਰਕੇ ਐਤਕੀ ਟੀਚਰਸ ਡੇ ਤੇ ਵੀ ਇਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਵਾਰਡ ਵੀ ਦਿੱਤਾ ਗਿਆ। ਸਾਡੇ ਨਾਲ ਰੁਮਾਨੀ ਅਹੂਜਾ ਜੀ ਮੌਜੂਦ ਨੇ। ਲੁਧਿਆਣਾ 'ਚ ਪੰਜਾਬ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਦਾ ਸਕੂਲ ਆ, ਉੱਥੇ ਸਰਕਾਰੀ ਟੀਚਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ। ਆਪਾਂ ਗੱਲਬਾਤ ਕਰਦੇ ਹਾਂ। ਪਹਿਲਾਂ ਤੁਹਾਨੂੰ ਇਹਨਾਂ ਦੀ ਸਾਰੀਆਂ ਫਾਈਲਾਂ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਨੇ ਹਰੇਕ ਚੀਜ਼ ਨੂੰ ਮੈਥਸ ਦੀ ਨੂੰ ਇਸ ਤੇ ਬਹੁਤ ਵਧੀਆ ਢੰਗ ਦੇ ਨਾਲ ਬਣਾਇਆ ਹੋਇਆ ਤਾਂ ਕਿ ਬੱਚਿਆਂ ਨੂੰ ਸਮਝ ਆ ਸਕੇ। ਇਹ ਕੁਝ ਤੁਹਾਨੂੰ ਐਗਜ਼ਾਮਪਲਸ ਦਿਖਾ ਰਹੇ ਹਾਂ ਤੇ ਗੱਲਬਾਤ ਵੀ ਕਰਾਂਗੇ। ਮੈਮ, ਅਕਸਰ ਮੈਥ ਦਾ ਬੱਚਿਆਂ ਦੇ ਮਨ ਦੇ ਵਿੱਚ ਬਹੁਤ ਡਰ ਹੁੰਦਾ, ਪਰ ਨਾਲ ਇਹ ਵੀ ਅਧਿਆਪਕ ਕਹਿੰਦੇ ਕਿ ਛੋਟੇ ਹੁੰਦਿਆਂ ਤੋਂ ਹੀ ਨੀਂਹ ਚੰਗੀ ਰੱਖੀ ਹੋਵੇ ਤਾਂ ਬੱਚਿਆਂ ਨੂੰ ਮੈਥਸ 'ਚ ਦਿੱਕਤ ਨਹੀਂ ਆਉਂਦੀ। ਤੁਹਾਨੂੰ ਕਿਸ ਤਰ੍ਹਾਂ ਦੇ ਬੱਚੇ ਮਿਲਦੇ ਆ? ਮੈਥਸ ਤੋਂ ਡਰਨ ਵਾਲੇ ਮਿਲਦੇ ਆ ਕਿ ਹੁਸ਼ਿਆਰ ਮਿਲਦੇ ਨੇ? ਪਹਿਲੇ ਤਾਂ ਸਤਿ ਸ਼੍ਰੀ ਅਕਾਲ ਜੀ। ਮੈਥ ਦੇ ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਬੱਚੇ ਆਉਂਦੇ ਨਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਹੀ ਬਹੁਤ ਇੰਟੈਲੀਜੈਂਟ ਨੇ ਜਾਂ ਸਾਰੇ ਹੀ ਬਹੁਤ ਨਲਾਇਕ ਹੈ। ਮਿਕਸਡ ਵੀ ਹੁੰਦੇ ਆ, ਕਈ ਇੱਦਾਂ ਦੇ ਵੀ ਹੁੰਦੇ ਜਿਹੜੇ ਐਕਸਟਰਾਆਰਡੀਨਰੀ ਗੁੱਡ ਹੁੰਦੇ ਆ ਮੈਥ ਵਿੱਚ ਤੇ ਕਈ ਇੱਦਾਂ ਦੇ ਵੀ ਹੁੰਦੇ ਜਿਨ੍ਹਾਂ ਦੀ ਬੜੀ ਲੋ ਪਰਫਾਰਮੈਂਸ ਹੁੰਦੀ ਹੈ। ਪਰ ਜਦੋਂ ਅਸੀਂ ਇਸ ਵਿਜ਼ੂਅਲਾਈਜੇਸ਼ਨ ਵਾਲੇ ਤਰੀਕੇ ਨਾਲ ਬੱਚਿਆਂ ਨੂੰ ਸਿਖਾਉਂਦੇ ਹਾਂ ਤਾਂ ਐਟਲੀਸਟ ਉਹਨਾਂ ਦਾ ਜਿਹੜਾ ਇੱਕ ਮਨ 'ਚ ਫੋਬੀਆ ਹੈ, ਡਰ ਹੈ, ਉਹ ਜ਼ਰੂਰ ਖਤਮ ਹੋ ਜਾਂਦਾ ਹੈ। ਤੁਹਾਡੇ ਹਿਸਾਬ ਨਾਲ ਮੈਥ ਔਖੀ ਚੀਜ਼ ਹੈ ਕਿ ਸੌਖੀ ਚੀਜ਼ ਹੈ? ਮੇਰੇ ਅਕੋਰਡਿੰਗ ਤਾਂ ਮੈਥ ਸਭ ਤੋਂ ਸੌਖੀ ਚੀਜ਼ ਹੈ।
ਮੈਨੂੰ ਲੱਗਦਾ ਹਿੰਦੀ ਪੰਜਾਬੀ ਤੁਸੀਂ ਤਾਂ ਚਲੋ ਟੀਚਰ ਹੋ, ਤੁਹਾਨੂੰ ਤਾਂ ਮੈਥ ਸੌਖਾ ਲੱਗੂਗਾ ਹੀ। ਨਹੀਂ ਜੇ ਅਸੀਂ ਬੱਚਿਆਂ ਨੂੰ ਉਸੇ ਢੰਗ ਨਾਲ ਪੜਾਵਾਂਗੇ ਜਿਸ ਢੰਗ ਨਾਲ ਅਸੀਂ ਸਮਝ ਰਹੇ ਹਾਂ, ਤਾਂ ਮੈਨੂੰ ਲੱਗਦਾ ਕਿਸੇ ਨੂੰ ਵੀ ਮੈਥ ਔਖਾ ਨਹੀਂ ਲੱਗੇਗਾ, ਕਿਉਂਕਿ ਬਾਕੀ ਸਬਜੈਕਟਸ ਤਾਂ ਫਿਰ ਸਾਨੂੰ ਕੁਝ ਯਾਦ ਕਰਨਾ ਪੈਣਾ ਹੈ ਨਾ, ਦਿਮਾਗ 'ਚ ਰੱਖਣਾ ਪੈਣਾ ਹੈ। ਮੈਥ ਤਾਂ ਇੱਕ ਇੱਦਾਂ ਦੀ ਚੀਜ਼ ਹੈ, ਜੇ ਮੈਂ ਇੱਕ ਸਵਾਲ ਕਰਨ ਦਾ ਤਰੀਕਾ ਸਮਝ ਲਿਆ, ਮੈਥਡ ਸਮਝ ਲਿਆ, ਤੇ ਮੈਂ ਉਹਦੇ ਨਾਲ ਦੇ 100 ਸਵਾਲ ਤੁਹਾਨੂੰ ਦੇ ਦਾਂ, ਤੁਸੀਂ ਹੱਲ ਕਰ ਸਕਦੇ ਹੋ। ਜਿਹੜਾ ਤੁਹਾਨੂੰ ਸਟੇਟ ਅਵਾਰਡ ਮਿਲਿਆ ਉਹ ਕਿਸ ਕਰਕੇ ਮਿਲਿਆ? ਬੱਚਿਆਂ ਨੂੰ ਮੈਥ ਪੜ੍ਹਾਉਣ 'ਚ ਮਿਲਿਆ ਕਿ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਮੈਥਸ ਪੜ੍ਹਾਉਣ 'ਚ ਮਿਲਿਆ? ਬੱਚਿਆਂ ਨੂੰ ਸੌਖੇ ਤਰੀਕੇ ਨਾਲ ਮੈਥ ਪੜ੍ਹਾਉਣ ਵਾਸਤੇ ਮਿਲਿਆ। ਉਹ ਸੌਖਾ ਤਰੀਕਾ ਜ਼ਰੂਰ ਸਾਨੂੰ ਵੀ ਦਿਖਾਓ ਵੀ ਉਹ ਸੌਖਾ ਤਰੀਕਾ ਹੈ ਕੀ? ਹਾਂਜੀ ਜ਼ਰੂਰ ਜੀ, ਜ਼ਰੂਰ। ਕੋਈ ਐਗਜ਼ਾਮਪਲਸ ਦਿਖਾਓ ਕਿਸ ਤਰ੍ਹਾਂ ਬੱਚਿਆਂ ਨੂੰ ਮੈਥਸ ਜਿਹੜਾ ਤੁਸੀਂ ਸਮਝਾਉਂਦੇ ਹੋ ਜਿਹੜਾ ਉਹਨਾਂ ਨੂੰ ਬਹੁਤ ਸੌਖਾ ਲੱਗਦਾ। ਹਾਂਜੀ, ਹੁਣ ਜਿੱਦਾਂ ਆਪਾਂ ਇਹ ਵਾਲੇ ਰੀਸੈਂਟ ਮਾਡਲ ਦੀ ਗੱਲ ਕਰਦੇ ਹਾਂ, ਅੱਜ ਸਾਡਾ ਟੀਚਰ ਫੇਸ ਸੀਗਾ, ਤੇ ਉਹਦੇ 'ਚ ਅਸੀਂ ਬੱਚਿਆਂ ਨੂੰ ਨਾਰਮਲੀ ਤੁਸੀਂ ਇਹ ਸ਼ੇਪ ਪੁੱਛੋਗੇ ਤਾਂ ਵਾਟ ਇਜ਼ ਦਿਸ, ਤਾਂ ਬੱਚੇ ਕਹਿਣਗੇ ਰੈਕਟੈਂਗਲ। ਉੱਥੇ ਵੀ ਅੱਜ ਮੈਂ ਬੱਚਿਆਂ ਨੂੰ ਪੁੱਛਿਆ ਵਾਟ ਸ਼ੇਪ ਇਜ਼ ਦਿਸ ਬੇਟਾ, ਤਾਂ ਉਹ ਕਹਿੰਦੇ ਰੈਕਟੈਂਗਲ। ਤੇ ਮੈਂ ਇੱਕ ਮਾਡਲ ਬਣਾਇਆ ਜਿੰਦੇ 'ਚ ਬੱਚਿਆਂ ਨੂੰ 2D ਤੇ 3D ਦਾ ਫਰਕ ਸਮਝ ਆ ਜਾਂਦਾ ਹੈ। ਹੁਣ ਜਿੱਦਾਂ ਬੱਚਿਆਂ ਨੂੰ ਮੈਂ ਇਹ ਚੀਜ਼ ਦਿਖਾ ਰਹੀ ਹਾਂ, ਇਹ ਮੈਂ ਟਰਾਂਸਪੇਰੈਂਸੀ ਨਾਲ ਬਣਾਇਆ, ਕਲਰ ਟਰਾਂਸਪੇਰੈਂਸੀ ਦੇ ਨਾਲ, ਤੇ ਇਹਨੂੰ ਮੈਂ ਇੱਥੇ ਰੱਖ ਰਹੀ ਹਾਂ। ਤੇ ਪਹਿਲੀ ਗੱਲ ਤਾਂ ਇਹਦੀ ਬੇਸ ਬਣਾਈ ਇਦਾਂ ਦੀ ਹੈ ਕਿ ਥੱਲੇ ਤੁਹਾਨੂੰ ਸਕੁਅਰਸ ਦਿਖ ਰਹੇ ਆ, ਤੇ ਬੱਚਿਆਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਪੈਰੀਮੀਟਰ ਕੀ ਹੁੰਦਾ ਤੇ ਏਰੀਆ ਕੀ ਹੁੰਦਾ। ਤੇ ਜੇ ਅਸੀਂ ਇਹਦੇ ਅੰਦਰਲੇ ਬਾਕਸਿਸ ਨੂੰ ਕਾਊਂਟ ਕਰੀਏ, ਜਿੱਦਾਂ 5 ਤੇ ਇੱਥੇ 25 ਬਾਕਸ ਨੇ ਅੰਦਰ, ਤੇ ਇਹਦਾ ਏਰੀਆ ਆ ਗਿਆ 25 ਸਕੁਅਰ ਯੂਨਿਟ। ਤੇ ਹੁਣ ਜਦੋਂ ਅਸੀਂ ਇਹਦਾ ਪੈਰੀਮੀਟਰ ਕੱਢਣਾ ਹੈ, ਤੇ ਹੁਣ ਅਸੀਂ ਅੰਦਰਲੇ ਬਾਕਸ ਨਹੀਂ ਕਾਊਂਟ ਕਰਨੇ, ਅਸੀਂ ਬਾਉਂਡਰੀ ਵਾਲੇ ਕਰਨੇ ਆ, ਜਿੱਦਾਂ 1 2 3 4 5 10 15 ਤੇ 20, ਤੇ ਪੈਰੀਮੀਟਰ ਹੋ ਗਿਆ 20 ਮੀਟਰ, ਜਿੰਨਾ ਮਤਲਬ ਕਿ 20 ਯੂਨਿਟ ਹੋ ਗਿਆ। ਜਿੱਦਾਂ ਆਪਾਂ ਇਹਨੂੰ ਇੱਕ ਤੌਰ ਤੇ ਜਦੋਂ ਆਪਾਂ ਏਰੀਆ ਕਰਨਾ ਹੁੰਦਾ, ਲੈਂਥ ਇਨਟੂ ਬ੍ਰੈਥ ਇਨਟੂ ਇਦਾਂ ਕਰਕੇ, ਉਹ ਮਤਲਬ ਫਾਰਮੂਲਾ ਯਾਦ ਕਰਨ ਦੀ ਲੋੜ ਨਹੀਂ, ਫਾਰਮੂਲਾ ਯਾਦ ਕਰਨ ਦੀ ਲੋੜ ਨਹੀਂ। ਬੱਚੇ ਇਹਨੂੰ ਜਦੋਂ ਵਿਜ਼ੂਅਲਾਈਜ਼ ਕਰਕੇ ਇੱਕ ਵਾਰੀ ਆਪਣੇ ਦਿਮਾਗ 'ਚ ਬੈਠ ਜਾਂਦਾ ਉਹਨਾਂ ਦੇ, ਉਸ ਤੋਂ ਬਾਅਦ ਉਹਨਾਂ ਨੂੰ ਫਾਰਮੂਲਾ ਤੇ ਲੈ ਕੇ ਆਓ। ਪਹਿਲੇ ਉਹਨਾਂ ਨੂੰ ਪ੍ਰੈਕਟੀਕਲੀ ਇਦਾਂ ਸਮਝਾ ਦਿਓ, ਦੈਨ ਉਹ ਫਾਰਮੂਲਾ ਖੁਦ ਡਰਾਈਵ ਕਰਦੇ ਆ। ਹੁਣ ਕਿੱਦਾਂ ਕਰਦੇ ਆ, ਜਿੱਦਾਂ ਸਕੁਅਰ ਹੈ, ਇਹਦੀ ਇਹ ਸਾਈਡ ਕੀ ਹੈ 5 ਯੂਨਿਟ ਹੈ, ਏਰੀਆ ਮੇਰਾ ਨਿਕਲਿਆ 25, ਉਹ ਕਿੱਦਾਂ ਨਿਕਲਿਆ 5 ਨੂੰ 5 ਨਾਲ ਗੁਣਾ ਕਰਕੇ, 5 ਮਲਟੀਪਲਾਈ ਬਾਈ 5, ਤਾਂ ਏਰੀਆ ਦਾ ਫਾਰਮੂਲਾ ਕੀ ਬਣ ਗਿਆ, ਸਾਈਡ ਮਲਟੀਪਲਾਈ ਬਾਈ ਸਾਈਡ। ਤੇ ਇਹਦਾ ਪੈਰੀਮੀਟਰ ਕੀ ਆਇਆ 20, ਉਹ ਕਿੱਦਾਂ ਆਇਆ 5 ਜਮਾ 5 ਜਮਾ 5 ਜਮਾ 5, ਅਸੀਂ 5 ਨੂੰ 4 ਵਾਰੀ ਪਲੱਸ ਕੀਤਾ, ਤੇ ਪੈਰੀਮੀਟਰ ਦਾ ਫਾਰਮੂਲਾ ਕੀ ਬਣ ਗਿਆ, ਸਾਈਡ ਪਲੱਸ ਸਾਈਡ ਪਲੱਸ ਸਾਈਡ ਪਲੱਸ ਸਾਈਡ। ਆਪਾਂ ਸਾਈਡ ਨੂੰ 4 ਵਾਰੀ ਪਲੱਸ ਕਰਨਾ ਹੈ, ਤੇ 4 ਮਲਟੀਪਲਾਈ ਬਾਈ ਸਾਈਡ। ਜਦੋਂ ਬੱਚਾ ਪ੍ਰੈਕਟੀਕਲੀ ਉਹਨੇ ਪਹਿਲੇ ਵਿਜ਼ੂਅਲਾਈਜ਼ ਕਰ ਲਿਆ, ਤੇ ਫਾਰਮੂਲਾ ਉਹਨੇ ਆਪੇ ਡਰਾਈਵ ਕੀਤਾ, ਤਾਂ ਉਹ ਫਾਰਮੂਲਾ ਕਦੇ ਵੀ ਨਹੀਂ ਭੁੱਲੇਗਾ। ਬੱਚੇ ਲੈਂਥ ਬ੍ਰੈਡਥ ਸਾਈਡ ਦੇ ਜੇ ਉਹਨਾਂ ਨੂੰ ਸਿੱਧਾ ਤੁਸੀਂ ਡਾਇਰੈਕਟ ਫਾਰਮੂਲਾ ਦੱਸੋਗੇ, ਉਹ ਯਾਦ ਨਹੀਂ ਰਹਿੰਦੇ। ਹੁਣ ਇਦਾਂ ਹੀ ਜੇ ਅਸੀਂ ਰੈਕਟੈਂਗਲ ਦੀ ਗੱਲ ਕਰੀਏ, ਹੁਣ ਜਿੱਦਾਂ ਇਹ ਰੈਕਟੈਂਗਲ ਦਾ ਕੱਟ ਆਊਟ ਕੀਤਾ, ਇਹਨੂੰ ਮੈਂ ਇੱਥੇ ਪਲੇਸ ਕਰ ਰਹੀ ਹਾਂ। ਪਹਿਲੇ ਤਾਂ ਮੈਂ ਬੱਚੇ ਨੂੰ ਰੈਕਟੈਂਗਲ ਤੇ ਸਕੁਅਰ ਦਾ ਡਿਫਰੈਂਸ ਹੀ ਸਮਝਾਤਾ ਇੱਥੇ, ਬਿਲਕੁਲ ਠੀਕ ਹੈ ਜੀ, ਕਿ ਇੱਥੇ ਸਾਰੇ ਬਰਾਬਰ ਆ ਰਹੇ ਆ, ਇੱਥੇ ਇਹ ਵਾਲਾ ਵੱਡਾ ਤੇ ਇਹ ਛੋਟਾ ਹੈ। ਬੱਚਾ ਕਾਊਂਟ ਕਰ ਰਿਹਾ 1 2 3 4 5, 5 ਤੇ 5 10, 3 ਤੇ 3 16, ਠੀਕ ਹੈ ਜੀ। ਲੈਂਥ ਕਿੰਨੀ ਸੀ ਮੇਰੀ 5, ਤੇ ਇਹ ਕਿੰਨਾ ਹੈ ਮੇਰਾ 3, ਠੀਕ ਹੈ। ਇਹਦੇ 'ਚ ਕੀ ਬਣਿਆ, ਮੈਂ 2 ਵਾਰੀ ਲੈਂਥ ਪਲੱਸ ਕੀਤੀ ਤੇ 2 ਵਾਰੀ ਬ੍ਰੈਥ ਕੀਤੀ। ਹੁਣ ਜਦੋਂ ਏਰੀਆ ਕੱਢਣਾ ਤਾਂ ਮੈਂ ਅੰਦਰ ਵਾਲੇ ਗਿਣਨੇ ਆ, ਕਿੰਨੇ ਅੰਦਰ 15, 5 ਮਲਟੀਪਲਾਈ ਬਾਈ 3, ਲੈਂਥ ਮਲਟੀਪਲਾਈ ਬਾਈ ਬ੍ਰੈਥ, ਤਾਂ ਫਾਰਮੂਲਾ ਆਪੇ ਡਿਰਾਈਵ ਹੋ ਜਾਂਦਾ ਹੈ। ਹੁਣ ਬੱਚੇ ਨੈਕਸਟ ਕਿੱਥੇ ਕਨਫਿਊਜ਼ ਹੁੰਦੇ ਆ ਕਿ 2D ਸ਼ੇਪ ਹੈ ਤੇ ਇਹ ਕਿਹੜੀ ਸ਼ੇਪ ਹੈ, ਉਹ ਕਹਿੰਦੇ ਇਹ ਜੀ ਰੈਕਟੈਂਗਲ ਹੈ। ਹੁਣ ਬੱਚਿਆਂ ਨੂੰ ਜਦੋਂ ਇਹ ਦੱਸਿਆ ਕਿ ਇਹਨੂੰ ਮੈਂ ਇੱਕ ਪਲੇਨ ਉੱਤੇ ਪਲੇਸ ਕਰ ਰਹੀ ਹਾਂ, ਤੇ ਜਦੋਂ ਮੈਂ 3D ਦਾ ਕਨਸੈਪਟ ਕਰਾਣਾ ਹੈ, ਇਹ ਸਾਰੇ ਮੇਰੇ 2D ਸ਼ੇਪਸ ਹੋ ਗਏ, ਪੈਂਟਾਗਨ ਹੈਕਸਾਗਨ ਸਾਰੇ ਆ ਗਏ ਮੇਰੇ ਕੋਲ। ਹੁਣ ਜਦੋਂ 3D ਦਾ ਕਨਸੈਪਟ ਕਰਾਣਾ ਹੈ, ਤਾਂ ਮੈਂ ਉਹਨੂੰ ਇੱਥੇ ਪਲੇਸ ਕਰਾਂਗੀ। ਇਹ ਦੇਖੋ, ਉਸ ਵਰਟੈਕਸ ਤੋਂ 3 ਲਾਈਨਾਂ ਨਿਕਲ ਰਹੀਆਂ, ਇੱਕ ਲੈਂਥ ਹੈ, ਇੱਕ ਬ੍ਰੈਡਥ ਹੈ, ਤੇ ਇੱਕ ਹਾਈਟ ਹੈ। ਲੈਂਥ ਹੋ ਗਈ 5, ਬ੍ਰੈਡਥ ਹੋ ਗਈ 4, ਤੇ ਹਾਈਟ ਹੋ ਗਈ 3। ਬੱਚੇ ਨੂੰ ਕਨਸੈਪਟ ਸਮਝ ਆ ਗਿਆ ਕਿ ਇੱਥੇ ਲੈਂਥ ਬ੍ਰੈਡਥ ਤੇ ਹਾਈਟ ਇੱਕ ਪੁਆਇੰਟ ਤੋਂ 3 ਰੇਖਾਵਾਂ ਨਿਕਲ ਰਹੀਆਂ, ਤੇ ਉਹ 3 ਡਾਇਮੈਂਸ਼ਨ ਵਾਲਾ ਹੈ, ਤੇ ਦਿਸ ਇਜ਼ ਅ ਕਿਊਬੋਇਡ। ਬੱਚੇ ਨੂੰ ਅਕਸਰ ਰੈਕਟੈਂਗਲ ਕਹਿ ਜਾਂਦੇ ਆ, ਤੇ ਇੱਥੇ ਮੈਂ ਬੱਚਿਆਂ ਨੂੰ ਡਿਫਰੈਂਸ ਦੱਸ ਸਕਦੀ ਹਾਂ ਬਿਟਵੀਨ ਅ ਕਿਊਬ ਐਂਡ ਅ ਕਿਊਬੋਇਡ। ਹੁਣ ਇਹ ਜਦੋਂ ਮੈਂ ਰੱਖਿਆ, ਇਹਦੀ ਲੈਂਥ ਬ੍ਰੈਡਥ ਤੇ ਹਾਈਟ ਸਾਰੇ ਬਰਾਬਰ ਆਏ, that is 4 unit 4 units and 4 units। ਸੋ ਇੱਕ ਕਿਊਬ ਹੁੰਦਾ ਹੈ ਜਿੰਦੇ ਸਾਰੀ ਸਾਈਡਸ ਬਰਾਬਰ ਹੈ, ਤੇ ਕਿਊਬੋਇਡ ਹੈ ਜਿੰਦੇ ਲੈਂਥ ਬ੍ਰੈਡਥ ਤੇ ਹਾਈਟ ਡਿਫਰੈਂਟ ਹੈ, ਐਂਡ ਦ ਡਿਫਰੈਂਸ ਬਿਟਵੀਨ 2D and 3D ਸ਼ੇਪਸ। ਤੇ ਇਸੇ ਮਾਡਲ ਦੇ ਨਾਲ ਇਟ ਇਜ਼ ਅ ਵੈਰੀ ਨਾਈਸ ਮਾਡਲ। ਇਹਨੂੰ ਜੇ ਮੈਂ ਓਪਨ ਕਰਦਾ, ਉਹ ਵਾਲਾ ਬਾਕਸ ਚੱਕ ਕੇ, ਤੇ ਇਹ ਜਿਹੜਾ ਨਾਰਮਲ ਸਾਡਾ ਕੋਆਰਡੀਨੇਟ ਜਿਓਮੈਟਰੀ ਦਾ ਕਨਸੈਪਟ ਹੁੰਦਾ ਹੈ, ਜਿੰਦੇ ਸਾਡੇ ਕੋਲ 4 ਕੁਆਡਰੈਂਟਸ ਹੁੰਦੇ ਆ, ਤੇ ਮੇਰਾ ਸਾਰਾ ਕੋਆਰਡੀਨੇਟ ਜਿਓਮੈਟਰੀ ਐਕਸਪਲੇਨ ਹੋ ਜਾਂਦਾ ਹੈ। ਦਿਸ ਇਜ਼ ਫਰਸਟ ਕੁਆਡਰੈਂਟ, ਸੈਕੰਡ, ਥਰਡ, ਫੋਰਥ, ਤੇ ਸਾਰੇ ਕੋਆਰਡੀਨੇਟ ਜਿਓਮੈਟਰੀ ਦੇ ਉੱਤੇ ਅਸੀਂ ਜਿਹੜੇ ਪੁਆਇੰਟਸ ਲੋਕੇਟ ਕਰਦੇ ਆ। ਸੋ ਦਿਸ ਇਜ਼ ਅ
ਅਸੀਂ ਕਹਿ ਸਕਦੇ ਹਾਂ ਕਿ ਆਲ ਇਨ ਵਨ ਮਾਡਲ ਹੈ ਜਿਹਦੇ ਨਾਲ 2D ਸ਼ੇਪਸ ਵੀ ਹੋ ਰਹੀਆਂ 3D ਸ਼ੇਪਸ ਵੀ ਹੋ ਰਹੀਆਂ ਕੋਆਰਡੀਨੇਟ ਜਿਓਮੈਟਰੀ ਕਾਰਟੀਸ਼ੀਅਨ ਪਲੇਨ ਵੀ ਹੋ ਰਿਹਾ ਤਾਂ ਮਲਟੀਪਲ ਕਨਸੈਪਟਸ ਇੱਕ ਹੀ ਮਾਡਲ ਨਾਲ ਐਕਸਪਲੇਨ ਹੋ ਜਾਂਦੇ ਇਹ ਤੁਹਾਨੂੰ ਆਈਡੀਆ ਕਿੱਥੋਂ ਆਇਆ ਕਿ ਵਿਜ਼ੂਅਲਾਈਜੇਸ਼ਨ ਦੇ ਨਾਲ ਜਿਸ ਤਰ੍ਹਾਂ ਮੈਨੂੰ ਲੱਗਦਾ ਤੁਸੀਂ ਲੈਂਥ ਐਂਡ ਬ੍ਰੈਡਥ ਸਮਝਾਈ ਹੈ ਮੈਂ ਵੀ ਛੋਟੇ ਹੁੰਦੇ ਮੈਥਸ ਤੋਂ ਬਹੁਤ ਡਰਿਆ ਮੈਂ ਫੇਲ ਵੀ ਹੋਇਆ ਮੈਂ ਵੀ ਨਹੀਂ ਇੰਨੇ ਕਦੇ ਸੌਖੇ ਢੰਗ ਨਾਲ ਸਿੱਖੀ ਉਹੀ ਮੈਂ ਕਹਿ ਰਹੀ ਨਾ ਹੁਣ ਜਿਹੜਾ ਜਿੱਦਾਂ ਮੇਰਾ ਛੋਟਾ ਬੇਟਾ ਹੀ ਇਜ਼ ਇਨ ਜਸਟ ਫਰਸਟ ਸਟੈਂਡਰਡ ਤੇ ਉਹਨੂੰ ਮੈਂ ਕੱਲ ਰਾਤੀ ਇਹ ਮਾਡਲ ਬਣਾਉਂਦੇ ਸਿਖਾਇਆ ਤੇ ਉਹ ਕਹਿੰਦਾ ਕਿ ਮੰਮਾ ਕਿ ਲੈਂਥ ਬ੍ਰੈਡਥ ਹਾਈਟ ਜਿਹੜੀ ਹੁੰਦੀ ਹੈ 3D ਸ਼ੇਪਸ ਹੁੰਦੀ ਹੈ ਉਹ 6th ਕਲਾਸ 'ਚ ਕਿਉਂ ਆਉਂਦੀ ਹੈ ਉਹ ਫਸਟ ਕਲਾਸ ਕਿਉਂ ਨਹੀਂ ਆਉਂਦੀ ਉਹ ਤਾਂ ਇੰਨਾ ਸੌਖਾ ਹੈ ਤਾਂ ਮੈਂ ਵੀ ਕਰ ਲਿਆ ਤਾਂ ਛੋਟੇ ਬੱਚੇ ਵੀ ਕਰ ਸਕਦੇ ਆ ਦ ਬੇਸਿਕ ਥਿੰਗ ਇਜ਼ ਜੇ ਅਸੀਂ ਵਿਜ਼ੂਅਲਾਈਜ਼ ਕਰਾਤੇ ਬੱਚੇ ਨੂੰ ਤੇ ਉਹ ਇੱਕ ਪਰਮਾਨੈਂਟ ਇੰਪ੍ਰੈਸ਼ਨ ਬੱਚੇ ਦੇ ਦਿਮਾਗ 'ਚ ਬਹਿ ਜਾਣਾ ਐਂਡ ਦੈਟ ਇਜ਼ ਦ ਸਕਸੈਸਫੁਲਨੈਸ ਆਫ ਦ ਟੀਚਰ ਜੇ ਬੱਚੇ ਦੇ ਦਿਮਾਗ 'ਚ ਗੱਲ ਬਹਿ ਗਈ ਤੇ ਉਹਨੂੰ ਸਮਝ ਆ ਗਈ ਹੋਰ ਕਿਹੜੀਆਂ ਚੀਜ਼ਾਂ ਦੇ ਤੁਸੀਂ ਇਦਾਂ ਹੀ ਕਨਸੈਪਟ ਬਣਾਏ ਹੋਏ ਨੇ ਸਾਰੇ ਹਾਂਜੀ ਹੁਣ ਜਿੱਦਾਂ ਆਪਣੇ ਕੋਲ ਨਾਰਮਲ ਇਹ ਬੜੀ ਵਧੀਆ ਐਕਟੀਵਿਟੀ ਬਣੀ ਹੋਈ ਹੈ ਜਿੱਦਾਂ ਇਹ ਵੀ 3D ਸ਼ੇਪਸ ਨਾਲ ਹੀ ਵੈਸੇ ਰਿਲੇਟਡ ਹੈ ਹੁਣ ਜਿੱਦਾਂ ਮੈਂ ਐਸ ਸ਼ੇਪ ਬਣਾਣੀ ਸੀ ਕਿੱਦਾਂ ਮੈਂ ਕੀਤਾ ਇਹਦੇ ਪਹਿਲੇ ਫੇਸਿਸ ਕੱਟ ਕੀਤੇ ਮੈਂ ਹੁਣ ਉਹ ਕਿੱਦਾਂ ਹੈ 6 ਫੇਸਿਸ ਇਹਨੂੰ ਨੈਟ ਆਪਾਂ ਕਵਾਂਗੇ ਕਿ ਪਹਿਲੇ ਮੈਂ ਕਿੱਦਾਂ ਖੋਲ ਕੇ ਬਣਾਇਆ ਹੁਣ ਦੇਖੋ ਇਹ ਹੈਗਾ ਨੈਟ ਆਫ ਅ ਕਿਊਬ ਪਹਿਲੇ 6 ਫੇਸਿਸ ਇਦਾਂ ਕੱਟੇ ਮੈਂ ਇਹਨਾਂ ਨੂੰ ਅਲੱਗ-ਅਲੱਗ ਕੀਤਾ ਤੇ ਬੱਚੇ ਨੂੰ ਮੈਂ ਥ੍ਰੈਡ ਪੁੱਲ ਕਰਕੇ ਦਿਖਾ ਸਕਦੀ ਹਾਂ ਕਿ ਇਹ ਕਿਊਬ ਬਣ ਜਾਂਦਾ ਹੈ ਹੁਣ ਉਦਾਂ ਹੀ ਜਦੋਂ ਮੈਂ ਕਿਊਬੋਇਡ ਬਣਾਉਣਾ ਸੀ ਤੇ ਮੈਨੂੰ ਜੇ ਨੈਟ ਹੁੰਦਾ ਪਤਾ ਹੋਏਗਾ ਕਿ ਉਹਦਾ ਨੈਟ ਕਿੱਦਾਂ ਦਾ ਹੈ ਉਹ ਕਿਊਬੋਇਡ ਦੀ ਡਾਈਮੈਂਸ਼ਨਸ ਨੇ ਇਹਨੂੰ ਮੈਂ ਫੋਲਡ ਕਰਾਂਗੀ ਤੇ ਮੇਰੇ ਕੋਲ ਕਿਊਬੋਇਡ ਬਣ ਜਾਏਗਾ ਹੁਣ ਮੈਂ ਇਹ ਵਾਲਾ ਬਣਾਇਆ ਹੋਇਆ ਸੀ that is the triangular pyramid error pyramid ਇਹਨੂੰ ਜੇ ਮੈਂ ਫੋਲਡ ਕਰਾਂਗੀ ਤੇ ਮੇਰਾ ਟ੍ਰਾਇੰਗੂਲਰ ਪਿਰਾਮਿਡ ਬਣ ਗਿਆ ਤੇ ਇਹ ਵਾਲਾ ਜਿੱਦਾਂ ਪ੍ਰਿਜ਼ਮ ਵੀ ਮੈਂ ਬਣਾਇਆ ਸੀ ਏਰੀਆ ਇਹ ਬੰਦ ਹੈ ਹੁਣ ਬੱਚੇ ਨੂੰ ਸਿਖਾਣਾ ਕਿ ਬੰਨਣਾ ਕਿੱਦਾਂ ਤੇ ਮੈਂ ਇਹ ਫੇਸਿਸ ਕੱਟ ਕਰਨਾ ਜਿੱਦਾਂ 3 ਰੈਕਟੈਂਗਲ ਕੱਟ ਕਰਨੇ ਆ 2 ਟ੍ਰਾਇੰਗਲ ਕੱਟ ਕਰਨੇ ਆ ਉਹਨਾਂ ਦੀ ਕੀ ਡਾਈਮੈਂਸ਼ਨਸ ਲੈਣੀ ਹੈ ਤੇ ਇਹ ਪ੍ਰਿਜ਼ਮ ਬਣ ਜਾਂਦਾ ਮਤਲਬ ਕਿ ਇਦਾਂ ਵਰਕਿੰਗ ਤੁਸੀਂ ਕਿੱਥੋਂ ਸਿੱਖੀਆਂ ਇਹ ਚੀਜ਼ਾਂ ਦੇਖੋ ਕੁਝ इनोवेशन है कुछ आइडियाज अपने आप दिमाग से आ जाते हैं बाकी थैंक्स टू यूट्यूब गूगल पिनिंटरेस्ट ऐप बहुत सारी आजकल ऐप्स ने जिन्हां दी हेल्प नाल असीं बहुत कुछ सीख रहे हैं ऑब्वियसली लर्निंग जिहड़ा एक नेवर एंडिंग प्रोसेस है उनकी कोई सीमा नहीं है कोई लिमिट नहीं है असीं सारी उम्र ही सीखते रहने मैनूं लगता है कि जदों मैं आप एक स्टूडेंट सी ते मैं इन्ना नहीं सीखिया सी जिन्ना मैं टीचर होके सीख रही हाँ क्योंकि मेरे मन च एंगजाइटी हुंदी है कि मैं बच्चों नूं कुछ नवा दसां तो मैं जदों भी मैनूं राती नींद नहीं आती या वैनेवर आई हैव फ्री टाइम तो मैं कुछ ना कुछ सर्च करती रहनी हाँ कि मैनूं हुंदा कि मैं कुछ नवा प्रेजेंट करा तुसीं मैं जिस तरह दस्सिया कि सरकारी टीचर आम तौर पर धारणा बनी हुई है कि सरकारी टीचर पढ़ाउंदे नहीं हैगे वो काम नहीं करते तुसीं मतलब किस तरह मतलब फिर एक अलग ढंग दे नाल ही तुसीं चलदे हो नहीं मैनूं तो लगदा है ਇਹ ਤਾਂ सोच बिल्कुल ही गलत है क्योंकि ਜਿਹੜੇ ਸਕੂਲ 'ਚ मैं काम कर रही हाँ PAU स्कूल अंडर द लीडरशिप ऑफ आवर रिस्पैक्टेड प्रिंसीपल मिसिस बलविंदर कौर ਤੇ ਉੱਥੇ ਦਾ ਸਾਰਾ ਸਟਾਫ प्रिंसीपल मैम एवरीवन इज वेरी हार्ड वर्किंग मतलब कि ਤੁਸੀਂ ਕਹੋਗੇ ਕਿ ਜੇ ਅਸੀਂ ਕੋਈ ਪ੍ਰਾਈਵੇਟ ਸਕੂਲਸ ਵੀ ਲਈਏ ਤਾਂ ਉਹਨਾਂ ਤੋਂ ਵੱਧ ਹੀ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਸਾਰੇ ਟੀਚਰਸ ਇਨਕਲੂਡਿੰਗ ਦ ਪ੍ਰਿੰਸੀਪਲ ਆਮ ਤੌਰ ਤੇ ਮੈਮ ਟੇਬਲਸ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਉਹ ਫਿਰ ਕਿਸ ਤਰ੍ਹਾਂ ਸਮਝਾਉਂਦੇ ਹੋ ਤੁਸੀਂ ਬੱਚਿਆਂ ਨੂੰ ਟੇਬਲਸ ਤਾਂ ਦੇਖੋ ਵੈਸੇ ਤਾਂ ਦੈਟ ਇਜ਼ ਦ ਬੇਸ ਤੁਸੀਂ ਜਿੱਦਾਂ ਸਟਾਰਟਿੰਗ 'ਚ ਗੱਲ ਕੀਤੀ ਨੀ ਹੈ ਨਾ ਜੇ ਬੱਚਿਆਂ ਨੂੰ ਟੇਬਲਸ ਨਹੀਂ ਆਉਂਦਾ ਤਾਂ ਉਹਨਾਂ ਨੂੰ ਅੱਗੇ ਮਲਟੀਪਲੀਕੇਸ਼ਨ ਦੇ ਸਮਝ ਨਹੀਂ ਆਣਗੇ ਉਹ ਤਾਂ ਇੱਕ ਰਿਵੀਜ਼ਨ ਹੈ ਬੱਚੇ ਜਿੱਦਾਂ ਸੌਂਗਸ ਵੀ ਅੱਜ ਕੱਲ੍ਹ ਆਉਂਦੇ ਆ ਤੇ ਟੇਬਲਸ ਦੇ ਸੌਂਗਸ ਰਿਸਾਈਟ ਕਰਕੇ ਜਾਂ ਟੇਬਲਸ ਤਾਂ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਉਹ ਤਾਂ ਯਾਦ ਹੀ ਕਰਨੇ ਪੈਂਦੇ ਆ ਬੱਚਿਆਂ ਨੂੰ ਹੋਰ ਇਸ ਤੋਂ ਇਲਾਵਾ ਕੀ ਚੀਜ਼ਾਂ ਦੇ ਤੁਸੀਂ ਤਿਆਰ ਕੀਤੇ ਹੋਏ ਮਾਡਲਸ ਜਿਹੜੇ ਕਨਸੈਪਟ ਜਿਹੜੇ ਬੱਚਿਆਂ ਨੂੰ ਕਲੀਅਰ ਹੁੰਦੇ ਨੇ ਜਿਨ੍ਹਾਂ ਨੂੰ ਹਾਂਜੀ ਜਿੱਦਾਂ ਇਹ ਹੁਣ ਆਪਣੀ ਇੱਕ 10th ਦੀ ਪ੍ਰੋਪਰਟੀ ਆਉਂਦੀ ਹੈ कि जे असी एक बारली बिंदु तो सर्कल ते टेंजेंट्स बनाने हैं टेंजेंट हुंदा है जिहड़ा सर्कल नूं एक पॉइंट ते टच करता है बारली बिंदु तो बनाया पहले तो यह गल प्रूव हो जाती है कि एक बारली बिंदु तो सर्कल ते 2 टेंजेंट्स बन सकते हैं इस तो ज़्यादा नहीं बन सकते उस तो बाद असी प्रूव करना होंदा कि उन्हां दी लंबाई सेम होंदी है हुण जिद्दां यह वाला है यह P पॉइंट है यह सर्कल ਦੇ ਉੱਤੇ ਇਹ ਟੈਂਜੈਂਟ 2 ਟੱਚ ਕਰ ਰਹੇ ਦੇਖੋ ਇਹ ਵੀ 11 ਸੈਂਟੀਮੀਟਰ ਤੇ ਕਰ ਰਿਹਾ ਇਹ ਵੀ 11 ਤੇ ਦ ਬੈਸਟ ਪਾਰਟ ਇਜ਼ ਦਿਸ ਸਰਕਲ ਇਜ਼ ਮੂਵਿੰਗ ਇਹ ਸਰਕਲ ਮੂਵ ਕਰਦਾ ठीक है हुण मैं दी पोजीशन चेंज करती हुण जे किसी होर पॉइंट ते भी मैं टेंजेंट्स दी लेंथ देखांगी तो देखो इत्थे भी 16 आ रही है तो इत्थे भी 16 आ रही है तो मतलब कि बच्चा आपे मूव करके जदों जे मैं सिंपल बोर्ड ते लिख दा लेंथ ऑफ दी टेंजेंट्स ड्रॉन टू अ सर्कल फ्रॉम एन एक्सटर्नल पॉइंट आर इक्वल वो किसी नूं समझ नहीं आएगा जे यही मैं एक TLM ਸਿੰਪਲ ਜਿਹੜੀ ਕਾਗਜ਼ ਦੀ ਬਣੀ ਹੋਈ ਹੈ ਇੱਕ TLM ਨਾਲ ਐਕਸਪਲੇਨ ਕਰਾਂਗੀ ਤਾਂ ਬੱਚਿਆਂ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆ ਜਾਂਦੀ ਹੈ ਤੇ ਇਸ ਤੋਂ ਇਲਾਵਾ ਹੋਰ ਕੀ ਕੁਛ ਹੈ ਜਿਹੜਾ ਤਿਆਰ ਕੀਤਾ ਤੁਸੀਂ ਹਾਂਜੀ ਸਭ ਤੋਂ ਤੁਹਾਡੀ ਬੈਸਟ ਚੀਜ਼ ਕੀ ਹੈ
ਮੈਨੂੰ ਵੈਸੇ ਤਾਂ ਇਹ ਸਭ ਤੋਂ ਬੈਸਟ ਲੱਗਦੀ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਚੁੱਕਿਆ, ਦਿਸ ਇਜ਼ ਅ ਥਿੰਗ ਆਈ ਲਾਈਕ। ਤੇ ਇੱਕ ਮੈਨੂੰ ਇਹ ਵੀ ਵਧੀਆ ਲੱਗਦੀ ਹੈ, ਇਹ ਹੈਗੀ ਰਿਲੇਟਡ ਟੂ ਪੈਰਲਲ ਲਾਈਨਸ। ਜਿੱਦਾਂ ਬੱਚਿਆਂ ਨੂੰ ਇਹ ਨਹੀਂ ਸਮਝ ਆਉਂਦੇ ਕਿ ਪੈਰਲਲ ਲਾਈਨਸ ਤੇ ਜਿਹੜੇ ਐਂਗਲਸ ਬਣਦੇ ਆ, ਤੇ ਇਹਦੇ ਵਾਸਤੇ ਮੈਂ ਅਲੱਗ-ਅਲੱਗ ਸ਼ੀਟਸ ਤਿਆਰ ਕੀਤੀਆਂ। ਹੁਣ ਜਿੱਦਾਂ ਬੱਚਿਆਂ ਨੂੰ ਮੈਂ ਜੇ ਆਲਟਰਨੇਟ ਐਕਸਟੀਰੀਅਰ ਸਮਝਾਉਣਾ ਹੈ, ਤੇ ਇਹ ਇਹਦਾ ਫਲੈਪ ਬਣਾਇਆ ਹੋਇਆ, ਮੈਂ ਪਾਕਟ ਬਣਾਈ ਹੋਈ ਹੈ, ਤੇ ਇਹਦੇ 'ਚ ਮੈਂ ਇਹਨੂੰ ਪੁੱਟ ਕਰ ਦਿੰਨੀ ਆ। ਇਹ ਦੇਖੋ, ਤੇ ਜਿਹੜੇ ਇਹ ਵਾਲੇ ਐਂਗਲਸ ਆ ਗਏ, ਇਹ ਆਲਟਰਨੇਟ ਐਕਸਟੀਰੀਅਰ ਆ ਜਾਂਦੇ ਆ। ਇਹ ਦੇਖੋ, ਇਹ ਵਾਲਾ ਪਰਪਲ ਦੇ ਬਰਾਬਰ ਹੈ ਤੇ ਹਰੇ ਵਾਲਾ ਹਰੇ ਦੇ ਬਰਾਬਰ ਹੈ। ਇਹਨਾਂ ਨੂੰ ਆਲਟਰਨੇਟ ਐਕਸਟੀਰੀਅਰ ਕਹਿੰਦੇ ਆ। ਉਸੇ ਤਰ੍ਹਾਂ ਮੈਂ ਦੂਜੇ ਹੋਰ ਬਣਾਇਆ। ਐਕਚੁਅਲੀ ਇਹ ਫਲੈਪ ਸੇਮ ਰਹੇਗਾ, ਇਹਦੇ 'ਚ ਮੈਂ ਹੋਰ ਡਿਫਰੈਂਟ ਪਾ ਸਕਦੀ ਹਾਂ। ਹੁਣ ਜਿੱਦਾਂ ਇਹ ਵਾਲੇ ਹੈਗੇ ਕੋ ਇੰਟੀਰੀਅਰ ਐਂਗਲਸ ਐਂਡ ਕੋ ਐਕਸਟੀਰੀਅਰ ਐਂਗਲਸ, ਇਹਨੂੰ ਮੈਂ ਇਹਦੇ 'ਚ ਫਲੈਪ 'ਚ ਪਾਵਾਂਗੀ। ਤੇ ਮੈਂ ਬਣਾਉਣੀ ਬਹੁਤ ਹੈਂਡੀ ਆ, ਇਹ ਨਹੀਂ ਹੈ ਕਿ ਮੈਂ ਬਹੁਤ ਵੱਡੇ ਮਾਡਲਸ ਬਣਾਉਣੀ ਆ ਕਿ ਉਹਨਾਂ ਨੂੰ ਕੈਰੀ ਕਰਨਾ ਵੀ ਥੋੜਾ ਮੁਸ਼ਕਿਲ ਹੋ ਜਾਂਦਾ ਹੈ। ਇਹ ਇੱਕ ਫਾਈਲ 'ਚ ਪ੍ਰੀਜ਼ਰਵ ਹੋ ਜਾਂਦੇ ਹੈ, ਤੇ ਯੂ ਕੈਨ ਕੈਰੀ ਇਟ ਟੂ ਐਨੀ ਕਲਾਸ। ਤੁਸੀਂ ਜਿਹੜੀ ਮਰਜ਼ੀ ਕਲਾਸ 'ਚ ਜਾਓ, ਇਹਨੂੰ ਕੈਰੀ ਕਰ ਲਓ, ਤੇ ਬੱਚੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਸਮਝਦੇ ਆ। ਬੱਚੇ ਕਿੰਨਾ ਕੁ ਪਸੰਦ ਕਰਦੇ ਇਸ ਕਨਸੈਪਟ ਨੂੰ? ਇਹ ਪੈਰਲਲ ਲਾਈਨਸ ਵਾਲਾ ਬੱਚਿਆਂ ਨੂੰ ਬਹੁਤ ਪਸੰਦ ਆਇਆ ਬੱਚਿਆਂ ਨੂੰ। ਹੁਣ ਜਿੱਦਾਂ ਇਹ ਰੈੱਡ ਵਾਲਾ ਰੈੱਡ ਦੇ ਬਰਾਬਰ ਹੈ, ਠੀਕ ਹੈ, ਇਹ ਬਰਾਊਨ ਵਾਲਾ ਬਰਾਊਨ ਦੇ। these are co-interior angles। co-interior ਹੁੰਦੇ ਆ ਜਿਹੜੇ ਪੈਰਲਲ ਲਾਈਨਸ ਦੇ ਵਿਚਕਾਰ ਹੁੰਦੇ ਆ, ਬਰਾਬਰ ਨਹੀਂ ਹੁੰਦੇ ਜਾਂ ਸਪਲੀਮੈਂਟਰੀ ਹੁੰਦੇ ਆ, ਕਿ ਇਹਨਾਂ ਨੂੰ ਪਲੱਸ ਕਰਕੇ 180 ਡਿਗਰੀ ਆਉਂਦਾ ਹੈ। ਮਤਲਬ ਕਿ ਇਸ ਤਰ੍ਹਾਂ ਦੀ ਹੋਰ ਵੀ ਬਾਕੀ ਸ਼ੀਟਸ ਬਣੀਆਂ, ਜਿੱਦਾਂ ਇਹ ਵਾਲੀ ਵਰਟੀਕਲੀ ਆਪੋਜ਼ਿਟ ਐਂਗਲਸ ਨੂੰ ਪ੍ਰੈਜ਼ੈਂਟ ਕਰਦੀ ਹੈ। ਮਤਲਬ ਹਰੇਕ ਚੀਜ਼ ਦਾ ਦੇ ਵਿੱਚ ਚੇਂਜ ਕਰੀ ਜਾਓ ਤਾਂ ਡਿਫਰੈਂਟ ਟਾਈਪਸ ਆਫ ਐਂਗਲਸ ਆਉਂਦੇ ਜਾਂਦੇ। ਮਤਲਬ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ ਨਹੀਂ ਛੱਡੀ ਤੁਸੀਂ? ਨਹੀਂ, ਮੈਂ ਵੈਸੇ ਆਲਮੋਸਟ 6 to 10 ਦੇ ਆਲਮੋਸਟ ਸਾਰੇ ਕਨਸੈਪਟਸ ਕਵਰ ਕੀਤੇ ਆ। ਬਾਕੀ ਜਿਹੜੇ ਰਹਿ ਗਏ ਵਿਦ ਟਾਈਮ ਆਈ ਵਿਲ ਕੀਪ ਔਨ ਐਡਿੰਗ ਟੂ ਦਿਸ। ਮੈਂ ਫਾਈਲ ਇਦਾਂ ਦੀ ਬਣਾਈ ਹੈ ਕਿ ਇਹਦੇ ਵਿੱਚ ਮੈਂ ਜਿੰਨਾ ਮਰਜ਼ੀ ਮਟੀਰੀਅਲ ਐਡ ਕਰੀ ਜਾਵਾਂ। ਹੋਰ ਕੋਈ ਖਾਸ ਚੀਜ਼ ਜਿਹੜੀ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਤੁਸੀਂ ਉਸ ਨੂੰ ਵੀ ਇਦਾਂ ਬਣਾਇਆ ਹੋਇਆ? ਹਾਂਜੀ, ਜਿੱਦਾਂ ਹੁਣ ਇਹ ਹੈ ਟਾਈਪਸ ਆਫ ਐਂਗਲਸ, ਇਹ ਵੀ ਬਹੁਤ ਵਧੀਆ ਐਕਟੀਵਿਟੀ ਹੈ। ਇਹ ਵੀ ਮੂਵ ਹੋ ਜਾਂਦੀ ਹੈ। ਬੱਚਿਆਂ ਨੂੰ ਨਾਰਮਲੀ ਇਹ ਨਹੀਂ ਸਮਝ ਆਉਂਦੇ ਕਿ ਐਂਗਲਸ ਦੀ ਕਿਸਮਾਂ ਕੀ ਹੁੰਦੀ ਹੈ, ਠੀਕ ਹੈ ਜੀ। ਹੁਣ ਇਹ ਵਾਲਾ ਐਂਗਲ ਹੈ, ਦੇਖੋ ਜੀ, ਇਹ ਵਾਲੇ ਐਂਗਲਸ 20, 30, 40, ਇਹ ਇੱਕ ਨਾਰਮਲ ਇੱਕ ਪ੍ਰੋਟੈਕਟਰ ਡੀ ਬਣਾਇਆ ਐਂਡ ਦਿਸ ਇਜ਼ ਮੂਵਿੰਗ। ਤੇ ਇਹ ਵਾਲੇ ਸਾਰੇ ਐਂਗਲਸ ਜਿਹੜੇ 90 ਡਿਗਰੀ ਤੋਂ ਘੱਟ ਹੁੰਦੇ ਆ, ਇਹਨਾਂ ਨੂੰ ਆਪਾਂ ਐਕਿਊਟ ਐਂਗਲ ਕਹਿੰਦੇ ਆ, ਤੇ ਇਹ ਸਾਰਾ ਐਕਿਊਟ ਐਂਗਲ ਹੈ। ਵਾਂਸ ਇਟ ਰੀਚਸ ਹੇਅਰ, ਇਹ ਵਾਲਾ ਆ ਗਿਆ ਸਾਡਾ ਰਾਈਟ ਐਂਗਲ 90 ਡਿਗਰੀ। ਦੈਨ ਇਟ ਮੂਵਸ ਫਰਦਰ, ਇਹ ਸਾਰੇ ਜਿਹੜੇ 90 ਤੋਂ ਵੱਧ ਹੈ ਪਰ ਹਲੇ 180 ਤੱਕ ਨਹੀਂ ਪਹੁੰਚੇ, ਤੇ ਇਹ ਸਾਰੇ ਓਬਟਿਊਸ ਐਂਗਲ। ਤੇ ਵੈਨ ਇਟ ਇਜ਼ ਸਟ੍ਰੇਟ, ਸਿੱਧਾ ਹੋ ਗਿਆ, ਦੈਨ ਇਟ ਇਜ਼ ਅ ਸਟ੍ਰੇਟ ਐਂਗਲ। ਦੈਨ ਇਟ ਮੂਵਸ ਫਰਦਰ, ਜਿਹੜੇ 180 ਤੋਂ ਵੱਧ ਗਏ, ਹੁਣ 180 ਤੋਂ ਵੱਧ ਗਏ, ਸੋ ਦਿਸ ਇਜ਼ ਅ ਰਿਫਲੈਕਸ ਐਂਗਲ। ਤੇ ਜਦੋਂ ਇਹ ਚੱਕਰ ਪੂਰਾ ਹੋ ਗਿਆ, ਸੋ ਦੈਟ ਗਿਵਸ ਯੂ ਕੰਪਲੀਟ ਐਂਗਲ। ਇਸ ਤੋਂ ਇਲਾਵਾ ਗ੍ਰਾਫ ਬਹੁਤ ਬੱਚੇ ਬਣਾਉਂਦੇ ਹੁੰਦੇ, ਉਹਨਾਂ ਦੇ ਵਿੱਚ ਵੀ ਕੁਝ ਬਣਾਇਆ ਤੁਸੀਂ? ਹਾਂਜੀ, ਇਹ ਵੈਸੇ ਮੈਂ ਇੱਕ ਛੋਟੇ ਬੱਚਿਆਂ ਵਾਸਤੇ ਐਕਟੀਵਿਟੀ ਬਣਾਈ ਸੀ। ਦਿਸ ਇਜ਼ ਅ 2D ਪੌਪ ਅਪ ਸ਼ੇਪ ਬੁੱਕ, ਤੇ ਇਹਦੇ 'ਚ ਜਿੱਦਾਂ ਇਹ ਸਾਰੇ ਬਣਾਏ ਹੋਏ ਆ। ਦਿਸ ਇਜ਼ ਅ ਸਰਕਲ, ਦਿਸ ਇਜ਼ ਅ ਟਰਾਇੰਗਲ, ਦਿਸ ਇਜ਼ ਅ ਰੈਕਟੈਂਗਲ 4 sides, pentagon 5 sides, hexagon 6 sides, heptagon, octagon, nanogon, decagon, and this is a square. ਬੱਚਿਆਂ ਨੂੰ ਇਹਨਾਂ 'ਚ ਵੀ ਕਈ ਦਿੱਕਤ ਆਉਂਦੀ ਹੈ ਵੀ ਪੈਂਟਾਗਨ, ਹੈਕਸਾਗਨ, ਇਹ ਕਿੰਨੀਆਂ ਸ਼ੇਪਸ ਨੇ ਜਾਂ ਕੀ ਨੇ? ਹਾਂਜੀ, ਉਹ ਤਾਂ ਫਿਰ ਨਾਰਮਲੀ ਅਸੀਂ ਇੱਕ ਬੱਚਿਆਂ ਨੂੰ ਜਦੋਂ ਇਹ ਵੀ ਦਿਖਾ ਦਿੰਦੇ ਆ, ਤਾਂ ਬੱਚੇ ਸਾਈਡਸ, ਨੰਬਰ ਆਫ ਸਾਈਡਸ, ਜਾਂ ਜਿਹੜਾ ਮੈਂ ਤੁਹਾਨੂੰ ਪਹਿਲਾ ਮਾਡਲ ਦਿਖਾਇਆ ਉਹਦੇ 'ਚ ਵੀ ਆਪਾਂ ਕੱਟ ਆਊਟਸ ਲਗਾਇਆ, ਤੇ ਬੱਚੇ ਨਾਰਮਲ ਸਾਈਡਸ ਕਾਊਂਟ ਕਰਕੇ ਦੱਸ ਸਕਦੇ ਆ। ਕੋਈ ਬੱਚਾ ਤੁਹਾਡੇ ਕੋਲ ਆਇਆ ਹੋਵੇ ਜਿਹੜਾ ਪਹਿਲਾਂ ਮੈਥਸ 'ਚ ਬਹੁਤ ਵੀਕ ਹੋਇਆ ਹੋਵੇ, ਤੁਹਾਡੇ ਤੋਂ ਪੜ੍ਹਨ ਤੋਂ ਬਾਅਦ ਉਹ ਬਹੁਤ ਅੱਛਾ ਕਰਨ ਲੱਗ ਗਿਆ ਹੋਵੇ? ਹਾਂਜੀ, ਇੱਕ ਸਟੂਡੈਂਟ ਹੈਗਾ ਅੰਮ੍ਰਿਤਪਾਲ, ਉਹਨੇ ਹੁਣ 10th ਪਾਸ ਆਊਟ ਕੀਤੀ ਹੈ, ਤੇ ਹੁਣ ਉਹਨੇ ਕਿਸੇ ਹੋਰ ਸਕੂਲ 'ਚ ਐਡਮਿਸ਼ਨ ਲੈ ਲਈ ਹੈ। ਉਹ ਇੰਨਾ ਵਧੀਆ ਹੋ ਗਿਆ ਮੈਥਸ, ਉਹਨੂੰ ਲੱਗਦਾ ਸੀ ਕਿ ਮੇਰਾ ਹਰ ਪੀਰੀਅਡ ਹੀ ਮੈਥਸ ਦਾ ਲੱਗੇ। ਉਹਨੂੰ ਲੱਗਦਾ ਸੀ ਕਿ ਰੁਮਾਨੀ ਮੈਮ ਆ ਜਾਣ ਤੇ ਮੇਰਾ ਬਸ ਮੈਥਸ ਦਾ ਪੀਰੀਅਡ ਲੱਗੇ। ਉਹ ਕਹਿੰਦਾ ਕਿ ਜਦੋਂ ਤੇ ਮੈਮ ਤੁਸੀਂ ਮੈਥਸ ਪੜ੍ਹਾਉਣਾ ਸ਼ੁਰੂ ਕੀਤਾ ਨਾ, ਸਾਨੂੰ ਮੈਥਸ ਨਾਲ ਪਿਆਰ ਹੋ ਗਿਆ। ਮੀਨਸ ਦਿਸ ਹੈਵ ਸਟਾਰਟਡ ਲਵਿੰਗ ਦ ਸਬਜੈਕਟ। ਉਹ ਬੜਾ ਵਧੀਆ ਰਿਸਪੌਂਸ ਲੱਗਦਾ ਬੱਚਿਆਂ ਦਾ ਵੈਨ ਦ ਸਟੂਡੈਂਟ ਸੇਜ਼ ਕਿ ਮੈਮ ਕਿ ਤੁਹਾਡਾ ਪੀਰੀਅਡ ਹੈ। ਬੱਚੇ ਤੁਹਾਨੂੰ ਦੇਖ ਕੇ ਜਦੋਂ ਖੁਸ਼ ਹੋ ਜਾਂਦੇ ਹੈ ਕਿ ਇੱਕ ਉਹਨਾਂ ਦੇ ਮਨ 'ਚੋਂ ਇੱਕ ਫੋਬੀਆ ਨਿਕਲ ਗਿਆ ਕਿ ਹਾਏ ਮੈਥਸ ਦਾ ਪੀਰੀਅਡ ਹੈ, ਇੱਦਾਂ ਨਹੀਂ ਬਿਹੇਵ ਕਰਦੇ, ਹਾਏ ਮੈਥਸ ਦਾ ਪੀਰੀਅਡ ਹੈ। ਕਿਉਂਕਿ ਆਮ ਤੌਰ ਤੇ ਬੱਚਿਆਂ ਨੂੰ
ਤੁਹਾਨੂੰ ਮੈਥ ਹੈ ਯਾਰ ਮੈਥ ਦੀ ਟੀਚਰ ਆ ਗਈ, ਅਸੀਂ ਨਹੀਂ ਪੜ੍ਹਨਾ ਮੈਥ, ਐਦਾਂ ਹੀ ਹੁੰਦਾ? ਨਹੀਂ ਮੇਰਾ ਟੱਚਵੁੱਡ ਸਾਰੇ ਬੱਚੇ ਬੜੇ ਖੁਸ਼ ਹੁੰਦੇ। ਹੁਣ ਜਿਹੜੀ ਮੇਰੀ ਨਵੀਂ ਕਲਾਸ ਆਈ ਹੈ 6th, ਸਾਰੇ ਨਿਊ ਐਡਮਿਸ਼ਨ ਸਟੂਡੈਂਟਸ ਨੇ ਐਂਡ ਸਾਰਿਆਂ ਦਾ ਬੜਾ ਹੀ ਵਧੀਆ, ਪੇਰੈਂਟਸ ਦਾ ਵੀ ਬਹੁਤ ਵਧੀਆ ਰਿਸਪੌਂਸ ਰਹਿੰਦਾ। ਪੇਰੈਂਟਸ ਖਾਸ ਤੌਰ ਤੇ ਜਿਨ੍ਹਾਂ ਦਾ ਬੱਚਾ ਮੈਥ 'ਚ ਵੀਕ ਹੋਵੇ ਉਹ ਵੀ ਬਹੁਤ ਪਰੇਸ਼ਾਨ ਹੁੰਦੇ ਨੇ, ਯਾਰ ਤੂੰ ਹਿਸਾਬ ਤਾਂ ਕਰ ਲੈ, ਜੇ ਹਿਸਾਬ 'ਚ ਹੀ ਫੇਲ ਹੋ ਗਿਆ ਤੂੰ ਜ਼ਿੰਦਗੀ 'ਚ ਕੀ ਕਰੇਂਗਾ? ਤਾਂ ਫਿਰ ਉਹ ਕੀ ਕਹਿੰਦੇ ਨੇ ਜਦੋਂ ਆਉਂਦੇ ਨੇ ਤੁਹਾਡੇ ਕੋਲ? ਨਹੀਂ ਹੁਣ ਜਿੱਦਾਂ ਸਾਡੀ ਇੰਸਪਾਇਰ ਮੀਟ ਹੋਈ ਸੀ ਤੇ ਇਹ ਸਾਰੇ ਪੇਰੈਂਟਸ ਦਾ ਬੜਾ ਹੀ ਵਧੀਆ ਰਿਸਪੌਂਸ ਸੀਗਾ ਤੇ ਉਹਨਾਂ ਨੇ ਬਹੁਤ ਹੀ ਪੋਜ਼ਿਟਿਵ ਫੀਡਬੈਕ ਦਿੱਤਾ। ਹੈਗੇ ਥੋੜੇ ਬੱਚੇ ਜਿਹੜੇ ਬਹੁਤ ਜ਼ਿਆਦਾ ਵੀਕ ਨੇ, ਹੁਣ ਜਿੱਦਾਂ ਹੁਣ ਨਵੇਂ ਆਏ ਆ ਤਾਂ ਉਹਨਾਂ ਨੂੰ ਥੋੜਾ ਟਾਈਮ ਲੱਗੇਗਾ ਟੂ ਅਪਬ੍ਰਿੰਗ, ਬਟ ਗ੍ਰੈਜੂਅਲੀ ਉਹਨਾਂ ਨੂੰ ਕਰ ਲਾਂਗੇ ਆਪਾਂ। ਤੁਸੀਂ ਆਈਡੀਆ ਕਦੋਂ ਲੈ ਕੇ ਆਏ ਸੀਗੇ ਵੀ ਕਦੋਂ ਸੋਚਿਆ ਸੀਗਾ ਵੀ ਇਦਾਂ ਦਾ ਕੁਝ ਕਰਨਾ? ਆਈਡੀਆ ਸਰ ਜਦੋਂ ਦੀ ਮੈਂ ਜੌਬ 'ਚ ਆਈ ਹਾਂ 2000 ਕਿੰਨੇ ਸਾਲ ਹੋ ਗਏ? ਹਾਂਜੀ, ਆਈ ਜੁਆਇਨਡ ਮਾਈ ਜੌਬ ਇਨ 2011 ਤੇ ਉਦੋਂ ਦਾ ਹੀ ਮਤਲਬ ਕਿ ਜਿੱਦਾਂ ਸਾਡੇ ਸੀਗਾ ਕੁਝ, ਜਦੋਂ ਸਾਨੂੰ ਕੋਈ ਵੀ ਨਵਾਂ TLM ਬਣਾਉਂਦੇ ਸੀ ਤੇ ਆਈ ਯੂਜ਼ਡ ਟੂ ਪ੍ਰੀਜ਼ਰਵ ਇਟ। ਤਾਂ ਮੇਰਾ ਇਹ ਤੁਸੀਂ ਲਗਾ ਲਓ 2010 ਤੋਂ 11 ਤੋਂ ਲੈ ਕੇ 2022 11 ਸਾਲ ਹੋ ਗਏ ਕਿ ਆਈ ਐਮ ਕਲੈਕਟਿੰਗ ਦਿਸ ਮਟੀਰੀਅਲ। ਇਟਸ ਨਾਟ ਅ ਵਨ ਡੇ ਪ੍ਰੋਸੈਸ, ਤੁਸੀਂ ਕਹੋ ਕਿ ਇੱਕ ਦਿਨ 'ਚ ਮੈਂ ਜਾਂ ਇੱਕ ਮਹੀਨੇ 'ਚ ਬਣਾ ਲਿਆ। ਇਹ ਮੇਰੀ 11 ਸਾਲਾਂ ਦੀ ਮਿਹਨਤ, 11 ਸਾਲਾਂ ਦੀ ਮਿਹਨਤ, ਤੁਹਾਨੂੰ ਮੁੱਖ ਮੰਤਰੀ ਤੋਂ ਅਵਾਰਡ ਮਿਲਿਆ। ਯੈਸ ਬਿਲਕੁਲ, ਮੈਨੂੰ ਮੇਰੀ ਮਿਹਨਤ ਦਾ ਫਲ ਮਿਲ ਗਿਆ। ਇੱਥੇ ਹੀ ਰੁਕ ਜਾਓਗੇ ਕਿ ਅੱਗੇ ਹੋਰ ਅੱਗੇ ਵਧੋਗੇ? ਨਹੀਂ ਸਟੇਟ ਤੋਂ ਬਾਅਦ ਆਪਾਂ ਨੈਸ਼ਨਲ ਵਾਸਤੇ ਟਰਾਈ ਕਰਾਂਗੇ। ਤਾਂ ਇਹ ਤੁਸੀਂ ਮੈਮ ਨਾਲ ਅਸੀਂ ਗੱਲਬਾਤ ਕਰਾਈ ਹੈ ਤੁਹਾਡੀ, ਤਾਂ ਤੁਸੀਂ ਦੇਖਿਆ ਮੈਨੂੰ ਲੱਗਦਾ ਇਹ ਹਜੇ ਬਹੁਤ ਥੋੜੇ ਅਸੀਂ ਕੰਸੈਪਟ ਦਿਖਾਏ ਨੇ। ਮੈਮ ਦੀਆਂ ਫਾਈਲਾਂ ਬਹੁਤ ਜ਼ਿਆਦਾ ਵੱਡੀਆਂ ਵੱਡੀਆਂ ਇਹਨਾਂ ਨੇ ਭਰੀਆਂ ਹੋਈਆਂ ਨੇ, ਇਹਨਾਂ ਦੀ ਜਿਹੜੀ ਫਾਈਲ ਖਤਮ ਨਹੀਂ ਹੋਏਗੀ, ਪਰ ਆਪਣੇ ਕੋਲ ਵੀ ਥੋੜਾ ਸਮਾਂ ਜਿਹੜਾ ਘੱਟ ਹੈ। ਤਾਂ ਤੁਸੀਂ, ਮੈਨੂੰ ਲੱਗਦਾ ਕਿ ਇਸ ਵੀਡੀਓ ਦੇ ਨਾਲ ਬਹੁਤ ਬੱਚਿਆਂ ਦਾ ਕਿਸੇ ਨਾ ਕਿਸੇ ਹੱਦ ਤੱਕ ਜ਼ਰੂਰ ਮੈਥ ਦਾ ਜਿਹੜਾ ਭੂਤ ਤੋਂ ਨਿਕਲਿਆ ਹੋਏਗਾ ਕਿ ਮੈਥ ਇੰਨੀ ਵੀ ਔਖੀ ਚੀਜ਼ ਨਹੀਂ ਹੈਗੀ, ਅਸੀਂ ਵੀ ਉਹ ਕਰ ਸਕਦੇ ਹਾਂ। ਤਾਂ ਵਧੇਰੇ ਅਪਡੇਟਸ ਸੀ ਸਾਨੂੰ ਜਰੂਰ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਨਮਜੀਤ ਸਿੰਘ ਭੱਲਾ, ਰੋਜ਼ਾਨਾ ਸਪੋਕਸਮੈਨ, ਲੁਧਿਆਣਾ।